ਹੈਲੋ ਫਰੈਂਡਸ 2023 ਜਿਹੜਾ ਹੈਗਾ ਈਅਰ ਐਂਡ ਹੋਣ ਵਾਲਾ ਹੈ ਜਦ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਵਿਚ ਇਜ਼ December 27 2023 ਤਾਂ ਜਿੰਨੇ ਵੀ ਡਰਾਜ਼ ਆਏ ਐਕਸਪ੍ਰੈਸ ਐਂਟਰੀ ਦੇ ਫॉर 2023 ਉਹਨਾਂ ਦਾ ਮੈਂ ਐਨਾਲਿਸਿਸ ਕੀਤਾ ਉਹਦੇ ਵਿੱਚੋਂ ਕੀ ਫਾਈਂਡਿੰਗਸ ਹੈਗੀਆਂ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਤੇ ਉਹਨਾਂ ਤੋਂ ਕਿਵੇਂ ਸਿੱਖ ਕੇ ਤੁਸੀਂ ਆਪਣਾ 2024 ਦੇ ਵਿੱਚ ਜਾਂ ਇਸ ਤੋਂ ਬਾਅਦ ਆਪਣੀ ਕੈਨੇਡੀਅਨ ਪੀਆਰ ਬਾਰੇ ਸੋਚ ਸਕਦੇ ਹੋ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਬਰੀਫਲੀ ਗੱਲ ਕਰਾਂਗੇ। ਮੇਰਾ ਨਾਮ ਹੈ ਦਿਲ ਸੰਧੂ ਤੇ ਮੈਂ CICC ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ based out of Ontario, Canada. So without any further ado, ਅੱਜ ਦੀ ਆਪਾਂ ਜਿਹੜਾ ਟੌਪਿਕ ਉਹਦੇ ਤੇ ਗੱਲ ਕਰਦੇ ਹਾਂ। ਸੋ ਜਿਹੜਾ ਅੱਜ ਦਾ ਵਿਸ਼ੇ ਹੈਗਾ ਉਹ ਹੈ ਕੈਨੇਡੀਅਨ ਪੀਆਰ ਐਕਸਪ੍ਰੈਸ ਐਂਟਰੀ ਐਨਾਲਿਸਿਸ ਫॉर 2023 ਤੇ ਕੀ ਵੇ ਫਾਰਵਰਡ ਹੈਗਾ ਫॉर 2024। ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਐਨਾਲਾਈਜ਼ ਕਰਨਾ ਹੈ ਸਭ ਤੋਂ ਪਹਿਲਾਂ ਇੰਪੋਰਟੈਂਟ ਹੈ ਕਿ ਆਪਾਂ ਉਹਦੀ ਥੋੜੀ ਬੈਕਗ੍ਰਾਉਂਡ ਅੰਡਰਸਟੈਂਡ ਕਰੀਏ ਕਿ ਕਿੱਦਾਂ ਤਰੀਕੇ ਦੇ ਡਰਾਜ਼ ਹੁੰਦੇ ਆ। ਹੁਣ ਆਪਾਂ ਜਿਵੇਂ ਐਕਸਪ੍ਰੈਸ ਐਂਟਰੀ ਡਰਾਜ਼ ਦੀ ਗੱਲ ਕਰੀਏ ਇਹਦੇ ਵਿੱਚ ਤਿੰਨ ਤਰੀਕੇ ਦੇ ਡਰਾਜ਼ ਆਉਂਦੇ ਆ, ਰਾਈਟ। ਸਭ ਤੋਂ ਪਹਿਲਾ ਜਿਹੜਾ ਡਰਾ ਹੁੰਦਾ ਉਹ ਹੁੰਦਾ ਜਨਰਲ ਡਰਾ ਜਾਂ ਜਿਹਨੂੰ ਨੋ ਪ੍ਰੋਗਰਾਮ ਸਪੈਸੀਫਾਈਡ ਡਰਾਜ਼ ਵੀ ਕਹਿੰਦੇ ਆ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਕੋਈ ਵੀ ਸਪੈਸੀਫਿਕ ਪ੍ਰੋਗਰਾਮ ਨਹੀਂ ਹੈ। ਅਗਰ ਤੁਹਾਡਾ ਜਿਹੜਾ ਆਕੂਪੇਸ਼ਨ ਹੈਗਾ ਉਹ ਟੀਅਰ 0 1 2 3 ਚ ਤੁਸੀਂ ਐਲੀਜੀਬਲ ਹੈਗੇ ਹੋ ਜਾਂ ਕਿਸੇ ਵੀ ਜਿਹੜੇ ਵੀ ਪ੍ਰੋਗਰਾਮ ਦੇ ਵਿੱਚ ਜਾਂ ਕਲਾਸ ਦੇ ਵਿੱਚ, ਜਿਵੇਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਹੋ ਗਿਆ, ਫੈਡਰਲ ਸਕਿਲ ਟ੍ਰੇਡਸ ਪ੍ਰੋਗਰਾਮ ਹੋ ਗਿਆ, ਕੈਨੇਡੀਅਨ ਐਕਸਪੀਰੀਅੰਸ ਕਲਾਸ ਹੋ ਗਿਆ, ਤੇ ਜਦੋਂ ਇਹ ਡਰਾ ਆਉਂਦਾ ਹੈ ਜੇ ਤੁਹਾਡੇ ਪੁਆਇੰਟ ਉਸ ਪਾਰਟਿਕੂਲਰ ਕੱਟ ਆਫ ਤੋਂ ਉੱਪਰ ਹੈਗੇ ਤਾਂ ਤੁਹਾਨੂੰ ਇਨਵੀਟੇਸ਼ਨ ਆ ਜਾਂਦਾ ਹੈ, ਰਾਈਟ। ਦੂਜੇ ਤਰੀਕੇ ਦੇ ਜਿਹੜੇ ਡਰਾ ਹੁੰਦੇ ਆ ਉਹ ਹੁੰਦੇ ਆ ਪ੍ਰੋਗਰਾਮ ਸਪੈਸੀਫਿਕ ਰਾਉਂਡ ਆਫ ਇਨਵੀਟੇਸ਼ਨ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ IRCC ਆ ਉਹ ਡਰਾਜ਼ ਕੱਢਦੀ ਹੈ ਫॉर ਸਰਟਨ ਕੈਟੇਗਰੀ। ਜਿਵੇਂ ਫੈਡਰਲ ਸਕਿਲਡ ਵਰਕਰ ਕੈਟੇਗਰੀ ਦਾ ਇਹਨਾਂ ਨੇ ਡਰਾ ਕੱਢਿਆ ਸੀ 2023 ਚ, ਪਰ ਇੱਕੋ ਹੀ ਡਰਾ ਸੀ। ਉਹ ਕਿਸੇ ਨੂੰ ਸਮਝ ਨਹੀਂ ਆਇਆ ਕਿਉਂ ਕੱਢਿਆ, ਬਟ ਉਹ ਉਹਨਾਂ ਨੇ ਕੱਢਿਆ ਸੀ। ਇਸ ਤੋਂ ਇਲਾਵਾ ਜਿਹੜੇ PNP ਡਰਾਜ਼ ਹੋਏ, ਹੁਣ PNP ਡਰਾਜ਼ ਮਤਲਬ ਜਿਹੜੇ ਪ੍ਰੋਵਿੰਸਿਸ ਹੈਗੇ ਆ ਜਦੋਂ ਤੁਹਾਨੂੰ ਨੋਮੀਨੇਟ ਕਰ ਦਿੰਦੇ ਆ ਥਰੂ ਐਕਸਪ੍ਰੈਸ ਐਂਟਰੀ, ਤੁਹਾਨੂੰ 600 ਪੁਆਇੰਟਸ ਮਿਲ ਜਾਂਦੇ ਆ। ਤੇ ਜਿਹੜੀ ਫੈਡਰਲ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਹੁੰਦਾ ਕਿ ਉਹ ਸਲੇਟਡ ਡਰਾ ਕੱਢਣ ਤਾਂ ਜੋ ਜਿਹੜੇ ਜਿਨ੍ਹਾਂ ਨੂੰ 600 ਪੁਆਇੰਟਸ ਮਿਲੇ ਹੈਗੇ ਆ ਉਹ ਪੱਕੇ ਕੀਤੇ ਜਾ ਸਕਣ, ਰਾਈਟ। ਉਹ ਹੋ ਗਏ ਜੀ ਪ੍ਰੋਗਰਾਮ ਸਪੈਸੀਫਿਕ ਰਾਉਂਡ ਆਫ ਇਨਵੀਟੇਸ਼ਨ। ਇਸ ਤੋਂ ਇਲਾਵਾ ਜਿਹੜਾ ਸਭ ਤੋਂ ਜਿਹੜੀ ਇੰਟਰਸਟਿੰਗ ਚੀਜ਼, ਜਿਹੜੀ ਡਿਫਰੈਂਟ ਚੀਜ਼ ਹੋਈ ਹੈ 2023 ਚ, ਉਹ ਹੈਗੀ ਹੈ ਕੈਟੇਗਰੀ ਬੇਸਡ ਰਾਉਂਡ ਆਫ ਇਨਵੀਟੇਸ਼ਨ। ਇਹਦੇ ਵਿੱਚ ਕੀ ਹੈ, ਜਿਹੜਾ ਮਿਨਿਸਟਰ ਹੈ ਐਸਟੈਬਲਿਸ਼ ਕਰਦਾ ਕੈਟੇਗਰੀ ਟੂ ਮੀਟ ਅ ਸਪੈਸੀਫਿਕ ਇਕਨੋਮਿਕ ਗੋਲ। ਉਹਨਾਂ ਨੇ ਜਿਹੜੇ ਗੋਲਸ ਰੱਖੇ ਜਾਂ ਕੈਟੇਗਰੀਜ਼ ਉਹਨਾਂ ਨੇ ਡਿਫਾਈਨ ਕੀਤੀ ਹੈ 2023 ਦੇ ਵਿੱਚ। ਇੱਕ ਕੈਟੇਗਰੀ ਤਾਂ ਹੈਗੀ ਹੈ ਫ੍ਰੈਂਚ ਲੈਂਗੁਏਜ ਪ੍ਰੋਫੀਸ਼ੀਐਂਸੀ, ਵੀ ਉਹ ਚਾਹੁੰਦੇ ਕਿ ਜਿਹੜੇ ਫ੍ਰੈਂਚ ਸਪੀਕਿੰਗ ਜਿਹੜੇ ਪ੍ਰੋਫੈਸ਼ਨਲਸ ਹੈਗੇ ਆ ਉਹ ਕੈਨੇਡਾ ਸੈੱਟ ਹੋਣ। ਉਹਦੇ ਲਈ ਜਿਹੜੀ ਲੈਂਗੁਏਜ ਰਿਕੁਆਇਰਮੈਂਟਸ ਹੈਗੀ ਹੈ CLB 7 ਹੈਗੀ ਹੈ ਮਿਨੀਮਮ ਇਨ ਈਚ ਆਫ ਦਾ ਲੈਂਗੁਏਜ ਐਬਿਲਿਟੀ। ਇਸ ਤੋਂ ਇਲਾਵਾ ਕੁਝ ਆਕੂਪੇਸ਼ਨ ਸਪੈਸੀਫਿਕ ਜਿਹੜੀ ਕੈਟੇਗਰੀਜ਼ ਹੈਗੀਆਂ ਉਹ ਹੈਗੀਆਂ ਹੈਲਥ ਕੇਅਰ ਆਕੂਪੇਸ਼ਨਸ ਹੋ ਗਏ, ਸਟੈਮ ਫੀਲਡ ਹੋ ਗਈ, ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਸ, ਟ੍ਰੇਡ ਆਕੂਪੇਸ਼ਨਸ ਹੋ ਗਏ, ਟਰਾਂਸਪੋਰਟ ਆਕੂਪੇਸ਼ਨਸ ਹੋ ਗਏ, ਐਗਰੀਕਲਚਰ ਤੇ ਐਗਰੀ ਫੂਡ। ਇਹਦੀ ਜਿਹੜੀ ਰਿਕੁਆਇਰਮੈਂਟ ਜਿਹੜੀ ਉਹਨਾਂ ਨੇ ਦੱਸੀ ਹੈਗੀ ਹੈ ਇਨ 2023 ਦੈਟ ਵਾਸ ਕਿ ਤੁਹਾਡੇ ਕੋਲੇ ਆਫਟਰ ਹੈਵਿੰਗ ਐਨ ਐਕਸਪ੍ਰੈਸ ਐਂਟਰੀ ਪ੍ਰੋਫਾਈਲ 6 ਮੰਥਸ ਦਾ ਤੁਹਾਡੇ ਕੋਲੇ ਕੰਟੀਨਿਊਸ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਜਿਹੜਾ ਇਨ ਡਿਮਾਂਡ ਜਿਹੜਾ ਆਕੂਪੇਸ਼ਨ ਇਹਨਾਂ 'ਚ ਉਹਨਾਂ ਨੇ ਦੱਸਿਆ ਵਿਦ ਇਨ ਦਾ ਲਾਸਟ 3 ਇਅਰਸ, ਚਾਹੇ ਕੈਨੇਡਾ 'ਚ ਹੋਏ ਚਾਹੇ ਉਹ ਆਊਟਸਾਈਡ ਕੈਨੇਡਾ ਹੋਵੇ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਐਕਸਪ੍ਰੈਸ ਐਂਟਰੀ ਦੇ ਰਾਉਂਡ ਆਫ ਡਰਾਜ਼ ਹੋਏ ਤੇ ਕਿੰਨੇ ਨੰਬਰ ਆਫ ਇਨਵੀਟੇਸ਼ਨ ਸੀਗੇ ਤੇ ਕਿੰਨੀ ਪਰਸੈਂਟੇਜ ਆਫ ਇਨਵੀਟੇਸ਼ਨ ਸੀਗੇ, ਰਾਈਟ। ਹੁਣ ਜਿਹੜੇ ਹੈਗੇ ਆ ਟਿਪੀਕਲ ਜਿਹੜੀ ਆਪਾਂ ਕਹਿ ਸਕਦੇ ਹਾਂ ਡਿਫਰੈਂਟ ਜਿਹੜੇ ਡਰਾਜ਼ ਆਏ ਹੈਗੇ ਔਨ ਦਾ ਲੈਫਟ ਸਾਈਡ, ਰਾਈਟ। ਫਰੋਮ ਐਗਰੀਕਲਚਰ ਡਰਾ ਹੈ, ਫੈਡਰਲ ਸਕਿਲਡ ਵਰਕਰ, ਫ੍ਰੈਂਚ ਲੈਂਗੁਏਜ, ਹੈਲਥ ਕੇਅਰ ਨੋ ਪ੍ਰੋਗਰਾਮ, ਪ੍ਰੋਵਿੰਸ਼ੀਅਲ ਨੋਮਿਨੀ, ਸਟੈਮ ਆਕੂਪੇਸ਼ਨ, ਟ੍ਰੇਡ ਆਕੂਪੇਸ਼ਨ, ਟਰਾਂਸਪੋਰਟ ਆਕੂਪੇਸ਼ਨ। ਜਿਹੜਾ ਕਲੀਅਰ ਵਿਨਰ ਹੈ ਇਹਦੇ ਵਿੱਚ ਤੁਸੀਂ ਉਹ ਦੇਖ ਰਹੇ ਹੋ ਕਿ ਜਿਹੜੇ ਨੰਬਰ ਆਫ ਇਨਵੀਟੇਸ਼ਨ ਸਭ ਤੋਂ ਜ਼ਿਆਦਾ ਗਏ ਹੈਗੇ ਆ 1,10,000 ਦੇ ਵਿੱਚੋਂ 76,000 ਦੇ ਕਰੀਬ ਜਿਹੜੇ ਗਏ ਨੋ ਪ੍ਰੋਗਰਾਮ ਸਪੈਸੀਫਾਈਡ, ਕਿ ਜਿਨ੍ਹਾਂ ਵਿੱਚ ਉਹਨਾਂ ਨੇ ਕੋਈ ਆਕੂਪੇਸ਼ਨ ਨਹੀਂ ਸਪੈਸੀਫਾਈ ਕੀਤਾ, ਮਤਲਬ ਤੁਸੀਂ ਐਲੀਜੀਬਲ ਹੋ। ਬੇਸਿਕਲੀ 70% ਜਿਹੜੇ ਇਨਵੀਟੇਸ਼ਨਸ ਗਏ ਹੈਗੇ ਆ ਉਹ ਨੋ ਪ੍ਰੋਗਰਾਮ ਸਪੈਸੀਫਾਈਡ ਡਰਾਜ਼ ਗਏ। ਉਸ ਤੋਂ ਬਾਅਦ ਕੁਝ ਜਿਹੜੇ ਇੰਟਰਸਟਿੰਗ ਜਿਹੜੇ ਸਟੈਟ ਹੈਗੇ ਆ ਉਹ ਜਿਹੜੇ ਮੈਂ ਤੁਹਾਨੂੰ ਪੁਆਇੰਟ ਆਊਟ ਕਰੂੰਗਾ। ਸਭ ਤੋਂ ਇੰਪੋਰਟੈਂਟ ਇਹ ਕਿ ਜਿਹੜਾ ਇਹਨਾਂ ਨੇ ਜਿਹੜਾ ਫੋਕਸ ਕੀਤਾ ਫ੍ਰੈਂਚ ਲੈਂਗੁਏਜ, ਉਹ ਇਹ ਵੀ ਦਿਖਦਾ ਪਿਆ ਕਿ ਫ੍ਰੈਂਚ ਲੈਂਗੁਏਜ ਨੂੰ ਆਲਮੋਸਟ 8% ਜਿਹੜੇ ਇਨਵੀਟੇਸ਼ਨਸ ਗਏ ਹੈਗੇ ਆ 2023 ਦੇ ਵਿੱਚ ਉਹ ਫ੍ਰੈਂਚ ਲੈਂਗੁਏਜ ਵਾਲਿਆਂ ਨੂੰ ਗਏ ਆ। ਇਸ ਤੋਂ ਇਲਾਵਾ ਜਿਹੜਾ ਨੈਕਸਟ ਜਿਹੜਾ ਹੈਗਾ ਉਹ ਹੈਗਾ ਸਟੈਮ ਆਕੂਪੇਸ਼ਨ। ਸਟੈਮ ਆਕੂਪੇਸ਼ਨ ਹੋ ਗਏ ਜਿਵੇਂ IT ਰਿਲੇਟਡ ਹੋ ਗਏ ਜਾਂ ਸਾਇੰਸ ਰਿਲੇਟਡ ਹੋ ਗਏ, ਟੈਕਨੋਲੋਜੀ ਰਿਲੇਟਡ ਤੇ ਇੰਜੀਨੀਅਰਿੰਗ ਮੈਥਮੈਟਿਕਸ। ਸੋ ਉਹਨਾਂ ਨੂੰ ਆਲਮੋਸਟ 6% ਜਿਹੜੇ ਡਰਾਜ਼ ਉਹਨਾਂ ਨੂੰ ਮਿਲੇ ਹੈਗੇ। ਇਸ ਤੋਂ ਬਾਅਦ ਹੈਗੇ ਆ ਜਿਹੜੇ ਹੈਲਥ ਕੇਅਰ ਆਕੂਪੇਸ਼ਨਸ ਦਾ, ਉਹਨਾਂ ਨੂੰ 5% ਜਿਹੜਾ ਹੈਗਾ ਕੋਟਾ ਉਹਨਾਂ ਨੂੰ ਗਿਆ ਹੈਗਾ। ਤੇ ਐਂਡ ਦੈਨ ਦੇਰ ਆਰ ਫਿਊ ਅਦਰਸ ਵਨਸ ਜਿਹੜੇ ਹੈਗੇ ਫॉर ਐਗਜ਼ਾਮਪਲ ਐਗਰੀਕਲਚਰ 1% ਦੇ ਕਰੀਬ, ਟ੍ਰੇਡ ਆਕੂਪੇਸ਼ਨਸ 2% ਦੇ ਕਰੀਬ, ਤੇ ਟਰਾਂਸਪੋਰਟ ਜਿਹੜੀ ਹੈਗੀ ਹੈ 1.5% ਦੇ ਕਰੀਬ। ਬਟ ਆਈ ਐਮ ਜਸਟ ਵਾਂਟ ਟੂ ਲੈਟ ਯੂ ਨੋ ਕਿ ਇਹ ਜਿਹੜਾ ਡਰਾ ਹੈਗੇ ਆ ਇਹ ਹੈਗਾ 2023 ਦੇ। ਜਿਵੇਂ ਇਹਨਾਂ ਦਾ ਫੋਕਸ ਚੱਲ ਰਿਹਾ ਹੈਗਾ, ਜਿਹੜਾ ਫੋਕਸ ਨੈਕਸਟ ਈਅਰ ਹੋਣਾ ਹੈਗਾ
that would be basically on category based occupation, ਜਿਵੇਂ STEM occupation ਹੋ ਗਏ, ਹੈਲਥ ਕੇਅਰ ਹੋ ਗਏ, ਟ੍ਰੇਡਸ ਹੋ ਗਏ। ਜੇ ਤੁਸੀਂ ਹੁਣ ਆਪਣੇ ਇਹ ਪਾਈ ਚਾਰਟ ਨੂੰ ਦੇਖੋ ਤੇ ਇਹਦੇ ਵਿੱਚ ਵੀ ਉਹੀ ਜਿਹੜਾ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੈਗੀ ਹੈ, ਜਿਹੜਾ ਡਾਟਾ ਪਹਿਲਾਂ ਤੁਹਾਨੂੰ ਦਿਖਾਇਆ ਹੈ ਕਿ ਜਿਹੜੇ ਨੋ ਪ੍ਰੋਗਰਾਮ ਸਪੈਸੀਫਾਈਡ ਹੈ ਉਹ 70% ਉਹਨਾਂ ਕੋਲ ਗਏ ਹੈ। ਤਾਂ ਮੈਨੂੰ ਲੱਗਦਾ ਕਿ ਅਗਲੇ ਸਾਲ ਇਹ ਬਹੁਤ ਘਟ ਜਾਊਗਾ ਐਜ਼ ਕੰਪੇਅਰ ਟੂ what we had for this year, ਕਿਉਂਕਿ ਕਾਫੀ ਜ਼ਿਆਦਾ ਇਸ਼ੂਜ਼ ਆ ਰਹੇ ਸੀ ਉਹਨਾਂ ਨੂੰ ਪਿਛਲੇ ਸਾਲ, ਜਿਹੜੇ ਹੁਣ ਉਹ ਇਸ਼ੂਜ਼ ਰਿਜ਼ੋਲਵ ਹੋ ਗਏ ਆ। ਹੁਣ ਇਸੇ ਡੇਟੇ ਨੂੰ ਆਪਾਂ ਇਹ ਦੇਖਦੇ ਹਾਂ ਕਿ ਵੀ ਕਿੰਨੇ ਡਰਾਜ਼ ਆਏ ਆ ਤੇ ਕਿੰਨਾ ਲੋਐਸਟ ਕਟ ਆਫ ਸੀਗਾ, ਰਾਈਟ। ਅਗਰ ਤੁਸੀਂ ਦੇਖੋ ਜੀ, ਸਭ ਤੋਂ ਪਹਿਲਾਂ ਹੈਗੇ ਐਗਰੀਕਲਚਰ ਤੇ ਐਗਰੀ ਫੂਡ ਆਕੂਪੇਸ਼ਨਸ ਦੇ ਡਰਾ। ਇਹਦੇ ਜਿਹੜੇ ਟੋਟਲ ਡਰਾਜ਼ ਆਏ ਹੈਗੇ ਆ, ਉਹ 2 ਆਏ ਹੈਗੇ ਡਰਾਜ਼, ਤੇ ਉਹਦੇ ਵਿੱਚ 1000 ਜਿਹੜੇ ਇਨਵੀਟੇਸ਼ਨਸ ਆਏ ਆ। ਤੇ ਅਗਰ ਤੁਸੀਂ ਕਟ ਆਫ ਦੀ ਗੱਲ ਕਰੋ, ਇੱਕ ਕਟ ਆਫ ਸੀਗੀ 354 ਤੇ ਇੱਕ ਕਟ ਆਫ ਸੀ 386। ਸੋ 354 ਤੇ 386 ਕਟ ਆਫ ਬਹੁਤ ਹੀ ਘੱਟ ਹੈ ਕੰਪੇਅਰ ਟੂ what we have in the no program specified। ਜਿਵੇਂ ਤੁਸੀਂ no program specified ਦਾ ਡਰਾ ਦਾ ਦੇਖੋ ਥੱਲੇ, ਜਿਹੜੇ ਕੁਝ ਡਰਾਜ਼ ਆਏ ਉਹ ਇਵਨ 561 ਤੱਕ ਵੀ ਗਏ ਆ, ਰਾਈਟ। ਐਂਡ ਦ ਲੋਐਸਟ ਜਿਹੜਾ no program specific ਜਨਰਲ ਡਰਾ ਆਇਆ ਸੀਗਾ ਉਹ 481 ਦਾ ਸੀਗਾ। ਤੇ ਟੋਟਲ 19 ਡਰਾਜ਼ ਆਏ no program specified ਜਾਂ ਜਨਰਲ ਡਰਾ ਦੇ। ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਫ੍ਰੈਂਚ ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਡਰਾ। ਇਹਦੇ ਵਿੱਚ ਤੁਸੀਂ ਦੇਖੋ ਕਿ 6 ਡਰਾਜ਼ ਆਏ ਹੈਗੇ ਆ ਪਿਛਲੇ ਸਾਲ, ਤੇ ਜਿਹੜਾ ਲੋਐਸਟ ਜਿਹੜਾ ਕਟ ਆਫ ਸੀਗਾ ਕਿਸੇ ਡਰਾ ਦਾ ਉਹ ਸੀਗਾ 375, ਉਹ ਵੀ ਬਹੁਤ ਘੱਟ ਹੈਗਾ। ਦੈਨ ਯੂ ਲੁੱਕ ਐਟ ਹੈਲਥ ਕੇਅਰ ਆਕੂਪੇਸ਼ਨਸ। ਹੈਲਥ ਕੇਅਰ ਆਕੂਪੇਸ਼ਨਸ 3 ਡਰਾ ਆਏ ਸੀ, ਜਿਹਦਾ ਲੋਐਸਟ ਜਿਹੜੀ ਕਟ ਆਫ ਸੀਗੀ ਉਹ ਸੀਗੀ 431 ਇੱਕ ਪਾਰਟਿਕੂਲਰ ਡਰਾ ਦੀ, ਜਿਹਦੇ ਵਿੱਚ 3600 ਜਿਹੜੇ ਇਨਵੀਟੇਸ਼ਨ ਸੀਗੇ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ STEM ਆਕੂਪੇਸ਼ਨਸ ਦੇ 2 ਡਰਾਜ਼ ਆਏ ਹੈਗੇ ਆ। ਜਿਹੜਾ ਲਾਸਟ ਡਰਾ ਆਇਆ ਸੀਗਾ ਉਹਦੀ ਜਿਹੜੀ ਕਟ ਆਫ ਹੈ 481 ਸੀਗੀ ਤੇ 5900 ਇਨਵੀਟੇਸ਼ਨ ਸੀਗੇ। ਜੇ ਆਪਾਂ ਟ੍ਰੇਡ ਆਕੂਪੇਸ਼ਨਸ ਦੀ ਗੱਲ ਕਰੀਏ, ਜਿਹੜਾ ਲੋਐਸਟ ਜਿਹੜਾ ਸਕੋਰ ਸੀਗਾ ਉਹ 388 ਸੀਗਾ, ਉਹਦੇ ਵਿੱਚ 1500 ਜਿਹੜੇ ਇਨਵੀਟੇਸ਼ਨ ਸੀਗੇ। ਤੇ ਆਪਾਂ ਜੇ ਟਰਾਂਸਪੋਰਟ ਦੀ ਗੱਲ ਕਰੀਏ, ਇਹਦੇ ਵਿੱਚ 2 ਡਰਾਜ਼ ਆਏ ਹੈ ਤੇ ਦੋਨਾਂ ਡਰਾਜ਼ ਦੀ ਜਿਹੜੀ ਕਟ ਆਫ ਹੈਗੀ ਆ ਉਹ 475 ਹੈ। ਹੁਣ ਆਪਾਂ ਗੱਲ ਕਰੀਏ ਕਿਸ ਚੀਜ਼ ਤੇ ਫੋਕਸ ਕਰਨਾ ਚਾਹੀਦਾ, ਰਾਈਟ। ਜਿਵੇਂ ਮੈਂ ਪਹਿਲਾਂ ਅਲਿਊਡ ਕਰਤਾ ਕਿ ਵੀ ਜੇ ਤੁਸੀਂ 2024 ਦੇ ਵਿੱਚ ਆਪਣੀ PR ਲੈਣੀ ਹੈ, ਚਾਹੇ ਤੁਸੀਂ ਤੁਹਾਡੇ ਕੋਲ ਪਹਿਲਾਂ ਦਾ ਐਕਸਪੀਰੀਅੰਸ ਹੈਗਾ ਜਾਂ ਤੁਸੀਂ ਸਟੂਡੈਂਟ ਹੈਗੇ ਹੋ ਕੈਨੇਡਾ ਦੇ ਵਿੱਚ, ਜਾਂ ਈਵਨ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਐਜ਼ ਅ ਸਟੂਡੈਂਟ, ਤੁਹਾਨੂੰ ਕੁਝ ਚੀਜ਼ਾਂ ਬਾਰੇ ਫੋਕਸ ਕਰਨ ਦੀ ਜ਼ਰੂਰਤ ਹੈਗੀ ਹੈ। ਉਹ ਹੈਗੀ ਹੈਲਥ ਆਕੂਪੇਸ਼ਨਸ। ਹੈਲਥ ਆਕੂਪੇਸ਼ਨਸ ਦੇ ਕੇ ਸ਼ੁਰੂ ਤੋਂ ਹੀ ਪ੍ਰੋਬਲਮ ਹੈਗੀ ਕੈਨੇਡਾ ਦੇ ਵਿੱਚ, ਹੈਲਥ ਰਿਲੇਟਡ ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਦੀ ਡਿਮਾਂਡ ਕਾਫੀ ਜ਼ਿਆਦੀ ਹੈ। ਸੋ ਦੈਟ ਇਜ਼ ਨੰਬਰ 1 ਪ੍ਰਾਇੋਰਟੀ। ਇਸ ਤੋਂ ਇਲਾਵਾ ਹੈਗੇ ਟ੍ਰੇਡ, ਜਿਹੜੇ ਆਕੂਪੇਸ਼ਨਸ ਜਿਵੇਂ ਸਕਿਲ ਟ੍ਰੇਡਸ ਹੋ ਗਏ, ਜਿਵੇਂ ਪਲੰਬਰ ਹੋ ਗਏ, ਫੋਰ ਐਗਜ਼ਾਮਪਲ ਇਲੈਕਟ੍ਰੀਸ਼ੀਅਨਸ ਹੋ ਗਏ, ਜਾਂ ਕੋਈ ਵੀ ਹੋ ਗਏ। ਇਹਦੇ ਵਿੱਚ ਵੀ 2 ਤਰੀਕੇ ਦੇ ਆ ਜਾਂਦੇ ਹੈਗੇ ਆਕੂਪੇਸ਼ਨਸ। ਇੱਕ ਆ ਜਾਂਦੇ ਕੰਪਲਸਰੀ ਟ੍ਰੇਡਸ, ਜਿਨ੍ਹਾਂ ਵਿੱਚ ਕਾਈਂਡ ਆਫ ਲਾਇਸੈਂਸਡ ਹੁੰਦੇ ਆਕੂਪੇਸ਼ਨਸ, ਤੇ ਕੁਝ ਹੁੰਦੇ ਆ ਨॉन ਲਾਇਸੈਂਸ, ਜਿਵੇਂ ਟਾਈਲ ਸੈਟਰ ਹੋ ਗਿਆ, ਗਲੇਜ਼ਰਸ ਹੋ ਗਏ, ਜਾਂ ਕਈ ਪ੍ਰੋਵਿੰਸਿਸ 'ਚ ਉਹ ਜਿਹੜੇ ਕੰਪਲਸਰੀ ਟ੍ਰੇਡ ਨਹੀਂ ਹੁੰਦੇ, ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਉਂਕਿ ਇਹ ਵੀ ਥੋੜਾ ਜਿਹਾ ਜਿਹੜੀ ਕੰਸਟਰਕਸ਼ਨ ਇੰਡਸਟਰੀ ਹੈ ਉਹ ਕੈਨੇਡਾ ਦੇ ਵਿੱਚ ਬੂਮਿੰਗ ਹੈ, ਕਿਉਂਕਿ ਹਾਊਸਿਸ ਦੀ ਡਿਮਾਂਡ ਕਾਫੀ ਵੱਧ ਰਹੀ ਹੈਗੀ ਹੈ। ਸੋ ਉਹਨਾਂ ਕਰਕੇ ਜਿਹੜੀ ਅਗਲੇ ਸਾਲ 2024 ਦੇ ਵਿੱਚ ਇਹਦੀ ਜਿਹੜੀ ਡਿਮਾਂਡ ਹੈ ਉਹ ਹੋਰ ਵੱਧ ਸਕਦੀ ਹੈ। ਫ੍ਰੈਂਚ ਲੈਂਗੁਏਜ ਵਿਦਆਊਟ ਸੇਇੰਗ ਐਨੀਥਿੰਗ, ਇਹ ਜਿਹੜੀ ਇਹਨਾਂ ਨੇ ਫੋਕਸ ਕਰ ਰਹੇ ਆ ਫ੍ਰੈਂਚ ਲੈਂਗੁਏਜ ਨੂੰ, ਬਹੁਤ ਜ਼ਿਆਦਾ ਪੁਸ਼ ਮਿਲ ਰਹੀ ਹੈ, ਨਾਟ ਓਨਲੀ ਫਰੋਮ ਦ ਫੈਡਰਲ ਗਵਰਨਮੈਂਟ ਬਟ ਆਲਸੋ ਫਰੋਮ ਦ ਪ੍ਰੋਵਿੰਸ਼ੀਅਲ ਗਵਰਨਮੈਂਟ। ਜੇ ਤੁਸੀਂ ਆਪਣੀ ਫ੍ਰੈਂਚ ਇੰਪਰੂਵ ਕਰ ਸਕਦੇ ਹੋ, ਦੇਰ ਇਜ਼ ਵੈਰੀ ਲਾਈਕਲੀ ਕਿ ਤੁਹਾਨੂੰ PR ਤੁਹਾਡੀ ਕਾਫੀ ਈਜ਼ੀ ਹੋ ਜੂਗੀ। ਇਸ ਤੋਂ ਇਲਾਵਾ ਹੈਗੇ STEM ਆਕੂਪੇਸ਼ਨਸ, ਹਮੇਸ਼ਾ ਹੀ ਆਉਂਦੇ ਆ ਜੀ, IT ਆਕੂਪੇਸ਼ਨਸ ਹੋ ਗਏ, ਟੈਕ ਆਕੂਪੇਸ਼ਨਸ ਹੋ ਗਏ, ਐਂਡ ਦੋਜ਼ ਕਾਈਂਡ ਆਫ ਥਿੰਗਸ, ਪਲੱਸ ਅਦਰ ਕੈਟੇਗਰੀ ਬੇਸਡ ਆਕੂਪੇਸ਼ਨ, ਚਾਹੇ ਤੁਸੀਂ ਟਰੱਕ ਡਰਾਈਵਰ ਹੋ ਜਾਂ ਕੋਈ ਵੀ ਹੈਗਾ। ਸੋ 2023 ਦੇ ਜਿਹੜੀ ਕੈਟੇਗਰੀ ਬੇਸਡ ਆਕੂਪੇਸ਼ਨਸ ਹੈਗੇ, ਅਗਰ ਉਹਨਾਂ ਤੁਸੀਂ ਫੋਕਸ ਕਰੋ, ਯੂ ਵਿਲ ਹੈਵ ਅ ਮਚ ਹਾਇਰ ਚਾਂਸ ਐਜ਼ ਕੰਪੇਅਰ ਟੂ ਅ ਜਨਰਲ ਡਰਾ। ਅਗਰ ਤੁਸੀਂ PNP ਦੇ ਪਰਸਪੈਕਟਿਵ ਦੀ ਗੱਲ ਕਰੋ, PNP ਮਤਲਬ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ, ਉਹਦੇ ਵਿੱਚ ਵੀ ਜਿਹੜਾ ਹੁਣ ਰਿਨਿਊਡ ਫੋਕਸ ਹੈਗਾ, ਚਾਹੇ ਤੁਸੀਂ ਓਨਟਾਰੀਓ ਦੀ ਗੱਲ ਕਰੋ, ਚਾਹੇ ਤੁਸੀਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੋ, ਜਾਂ ਕਿਸੇ ਹੋਰ ਪ੍ਰੋਵਿੰਸ ਦੇ ਵੀ, ਹੈਲਥ ਦੇ ਅੱਡ ਜਨਰਲੀ ਪ੍ਰਾਇੋਰਟੀ ਸੈਕਟਰ ਮੰਨਿਆ ਜਾਂਦਾ। ਸਕਿਲ ਟ੍ਰੇਡਸ ਤੇ ਕੰਸਟਰਕਸ਼ਨ ਦੀ ਕਾਫੀ ਡਿਮਾਂਡ ਹੈਗੀ। ਈਵਨ ਨੋਵਾ ਸਕੋਸ਼ੀਆ 'ਚ ਵੀ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ, ਕ੍ਰਿਟੀਕਲ ਕੰਸਟਰਕਸ਼ਨ ਵਰਕਰ ਪਾਇਲਟ। ਇਸ ਤੋਂ ਇਲਾਵਾ IT STEM ਆਕੂਪੇਸ਼ਨ ਦੀ ਹਮੇਸ਼ਾ ਤੋਂ ਡਿਮਾਂਡ ਹੈਗੀ ਹੈ। ਇਸ ਤੋਂ ਇਲਾਵਾ ਕਾਫੀ ਹੋਰ ਵੀ ਇਨ ਡਿਮਾਂਡ ਪ੍ਰਾਇੋਰਟੀ ਆਕੂਪੇਸ਼ਨਸ ਹੁੰਦੇ, ਜਿਹੜੇ ਸਪੈਸੀਫਿਕ ਟੂ ਦ ਪ੍ਰੋਵਿੰਸ ਹੁੰਦੇ। ਜਿਵੇਂ ਮੈਂ ਐਗਜ਼ਾਮਪਲ ਦੇਵਾਂ ਕਿ ਜਿਵੇਂ ECE ਦੀ ਜਿਹੜੀ ਅਰਲੀ ਚਾਈਲਡਹੁੱਡ ਐਜੂਕੇਟਰਸ ਦੀ ਡਿਮਾਂਡ ਹੈਗੀ ਹੈ, ਫੋਰ ਐਗਜ਼ਾਮਪਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਰਾਈਟ। ਸੋ ਉਹ ਹਰ ਪ੍ਰੋਵਿੰਸ ਦਾ ਆਪਣੇ ਕੁਝ ਡਿਮਾਂਡਸ ਹੁੰਦੀਆਂ ਹੈਗੀਆਂ। ਫੋਰ ਐਗਜ਼ਾਮਪਲ ਅਲਬਰਟਾ ਪ੍ਰਾਇੋਰਟਾਈਜ਼ ਕਰਦਾ ਕਿ ਜਿਹੜੇ ਕਈ ਟੂਰਿਜ਼ਮ ਦੇ ਵਿੱਚ ਹੋਣ, ਕੰਸਟਰਕਸ਼ਨ 'ਚ ਹੋਣ। ਸੋ ਐਦਾਂ ਕਰਕੇ ਜਿਹੜੀ ਵੀ ਉਹਨਾਂ ਨੂੰ ਪ੍ਰੋਵਿੰਸ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਤੁਸੀਂ ਉਹਨਾਂ ਦਾ ਦੇਖੋ ਕਿ ਕੀ ਡਿਮਾਂਡ ਹੈਗੀ ਹੈ, ਤੇ ਉਸ ਹਿਸਾਬ ਨਾਲ ਤੁਸੀਂ ਆਪਣਾ ਸਟ੍ਰੈਟੇਜਿਕਲੀ ਡਿਜ਼ਾਈਨ ਕਰੋ। ਇਸ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਸਟੂਡੈਂਟਸ ਲਈ ਵੀ ਇਹ ਬੜਾ ਇੰਪੋਰਟੈਂਟ ਚੀਜ਼ ਹੈਗੀ ਕਿ ਜੇ ਤੁਸੀਂ ਕੋਈ ਪ੍ਰੋਗਰਾਮ ਚੂਜ਼ ਕਰ ਰਹੇ ਹੋ, ਉਹ ਪ੍ਰੋਗਰਾਮ ਚੂਜ਼ ਕਰੋ ਕਿ ਜਿਹਦੇ ਬਾਅਦ ਤੁਹਾਨੂੰ ਜਿਹੜੀ ਜੌਬ ਹੈਗੀ ਹੈ ਉਹ ਸੌਖੀ ਮਿਲ ਜੇ ਇਨ ਸਮ ਆਫ ਥੀਸ ਕੈਟੇਗਰੀ ਬੇਸਡ
occupations ਤੇ, ਚਾਹੇ ਤੁਸੀਂ IT 'ਚ ਕੰਮ ਕਰ ਰਹੇ ਹੋ ਜਾਂ health occupations 'ਚੋਂ, you need to focus on this particular thing। ਇਸ ਤੋਂ ਇਲਾਵਾ ਇੱਕ ਬੜੀ ਇੰਪੋਰਟੈਂਟ ਚੀਜ਼ ਜਿਹੜੀ ਸਟੂਡੈਂਟਸ ਲਈ ਹੈਗੀ ਹੈ ਕਿ ਗਵਰਨਮੈਂਟ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਵੀ ਕਾਫੀ ਚੇਂਜਸ ਲੈ ਕੇ ਆ ਸਕਦੀ ਹੈਗੀ ਹੈ। ਉਹਦੇ ਵਿੱਚ ਉਹ ਇਹ ਵੀ ਦੇਖ ਸਕਦੇ ਆ ਕਿ ਜਿਵੇਂ ਸਰਟਨ ਜਿਹੜੇ ਐਜੂਕੇਸ਼ਨ ਹੈਗੀ ਹੈ ਜਾਂ ਜਿਹੜੇ ਸਰਟਨ ਪ੍ਰੋਗਰਾਮਸ ਹੈਗੇ ਆ, ਉਹ ਕਰਨ ਤੋਂ ਬਾਅਦ ਇਟਸ ਪੋਸੀਬਲ ਕਿ ਵੀ ਉਹਦੇ ਵਿੱਚ ਜਿਹੜਾ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇ ਉਹ ਕਾਫੀ ਜ਼ਿਆਦਾ ਡਿਊਰੇਸ਼ਨ ਦਾ ਹੋਏ ਵਰਸਸ ਸਮ ਅਦਰ ਕਾਈਂਡ ਆਫ ਸਟੱਡੀਜ਼ ਐਂਡ ਦੋਜ਼ ਕਾਈਂਡ ਆਫ ਥਿੰਗ। ਸੋ ਉਸ ਚੀਜ਼ਾਂ ਦਾ ਥੀਸ ਆਰ ਆਲ ਸਪੈਕੂਲੇਸ਼ਨਸ, ਆਈ ਐਮ ਨਾਟ ਸੇਇੰਗ ਇਹ ਹਜੇ ਲਾਂਚ ਕੀਤੀਆਂ, ਬਟ ਦੋਜ਼ ਆਰ ਦਾ ਅਰਲੀ ਟ੍ਰੈਂਡਸ ਜਾਂ ਉਦਾਂ ਦੀ ਜਿਹੜੀ ਗ੍ਰੇਪ ਵਾਈਨ ਹੈਗੀ ਹੈ ਕਿ ਵੀ ਇਦਾਂ ਚੀਜ਼ਾਂ ਹੋ ਸਕਦੀਆਂ ਹੈਗੀਆਂ, ਰਾਈਟ। ਐਂਡ ਲਾਸਟ ਬਟ ਨਾਟ ਦ ਲੀਸਟ, ਫ੍ਰੈਂਚ ਲੈਂਗੁਏਜ really important। ਜੇ ਤੁਸੀਂ ਫ੍ਰੈਂਚ ਸਿੱਖ ਸਕਦੇ ਹੋ 6 ਮਹੀਨੇ ਸਾਲ ਲਾ ਕੇ ਡੀਸੈਂਟ ਲੈਵਲ ਤੇ ਆ ਸਕਦੇ ਹੋ, ਜਿਵੇਂ CLB ਲੈਵਲ 7 ਤੇ ਪਹੁੰਚ ਜਾਓ, you will have a much brighter future, not only from the perspective of getting a Canadian PR, but also better settlement in Canada, because French is a second national language other than English। ਸੋ ਕਾਫੀ ਜਿਹੜੀ ਗਵਰਨਮੈਂਟ ਜੌਬਸ ਹੁੰਦੀਆਂ ਜਾਂ ਕਾਫੀ ਜਗ੍ਹਾ ਤੇ ਈਵਨ ਪ੍ਰਾਈਵੇਟ ਜੌਬਸ ਦੇ ਵਿੱਚ ਵੀ ਉਹ ਡਿਮਾਂਡ ਕਰਦੇ ਕਿ ਯੂ ਨੀਡ ਟੂ ਹੈਵ ਅ ਲੈਂਗੁਏਜ ਆਫ English and French। So if you need my help, my contact information is 437-848-7200। ਤੁਸੀਂ ਕੰਸਲਟੇਸ਼ਨ ਬੁੱਕ ਕਰਨੀ ਹੈ, ਗੋ ਵਿਜ਼ਿਟ ਮਾਈ ਵੈਬਸਾਈਟ www.dilimmigration.com। ਉੱਥੇ ਜਾ ਕੇ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਕੰਟੈਕਟ ਸਪੇਸ ਤੇ ਜਾ ਕੇ। ਮੈਂ ਬਹੁਤ ਵਰਚੁਅਲ ਤੇ ਇਨ ਪਰਸਨ ਕੰਸਲਟੇਸ਼ਨ ਕਰਦਾ। ਇਸ ਤੋਂ ਇਲਾਵਾ ਮੈਂ YouTube ਤੇ ਕਾਫੀ ਵੀਡੀਓਜ਼ ਬਣਾਉਂਦਾ ਰਹਿੰਦਾ ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਰਿਲੇਟਡ ਟੌਪਿਕਸ, ਟਿਪਸ ਐਂਡ ਟ੍ਰਿਕਸ, PNPs ਦੇ ਐਕਸਪ੍ਰੈਸ ਐਂਟਰੀ ਤੇ ਡਿਫਰੈਂਟ ਪ੍ਰੋਗਰਾਮਸ ਤੇ। ਯੂ ਕੈਨ ਆਲਵੇਜ਼ ਚੈੱਕ ਇਟ ਆਊਟ। ਸੋ ਆਈ ਹੋਪ ਯੂ ਲਾਈਕ ਦਿਸ ਵੀਡੀਓ। ਅਗਰ ਲਾਈਕ ਕੀਤੀ ਹੈ ਤਾਂ ਪਲੀਜ਼ YouTube to be like kar do and subscribe to the channel and hit the bell icon ਤਾਂ ਜੋ you are reminded of any time ਜਦੋਂ ਮੈਂ ਨਵੀਂ ਵੀਡੀਓ ਪੋਸਟ ਕਰਾਂ। So thank you so much and have a wonderful Canadian immigration journey।